ਅਸੀਂ 5 ਭੈਣਾਂ ਤੇ ਇੱਕ ਭਰਾ। ਉਹ ਕੈਂਪ 'ਚ ਸੀ। ਇੱਕ ਸਿੱਖ ਬੈਠਾ ਬਨੇਰੇ ਤੇ ਤਲਵਾਰ ਲੈ ਕੇ। ਅਸੀਂ ਅੰਦਰ ਲੁਕੀਏ ਤੇ ਉੱਥੋਂ ਫੌਜੀ ਪੈ ਗਏ। ਅਸੀਂ ਇਸ ਤਰ੍ਹਾਂ ਪੈਲੀਆਂ ਦੇ ਵਿੱਚ ਖੜੇ ਕਰ ਲਿਆ, ਲਾਈਨ ਬਣਾ ਲਈ ਸਾਡੀ। ਬੜੇ ਨਹੀਂ ਸੁਣਾ। ਤੇ ਤੁਹਾਡੇ ਤੇ ਹਮਲਾ ਜਿਹੜੇ ਵਕਤ ਹੋਇਆ, ਹਮਲਾ ਕਰਨ ਵਾਲੇ ਕੌਣ ਲੋਕ ਸੀ? ਸਿੱਖਾਂ ਨੇ ਹਮਲਾ ਕੀਤਾ। ਅੱਬਾ ਜੀ ਦੇ ਕਲਾਸ ਫੈਲੋ ਨੇ ਸਾਨੂੰ ਤਿੰਨਾਂ ਮਾਵਾਂ ਧੀਆਂ ਨੂੰ ਕਤਲ ਕੀਤਾ। ਮੇਰੇ ਭਰਾ ਨੂੰ ਉੱਪਰ ਸਿੱਟ ਕੇ थले तलवार रख के तो दो टोटे का। बिस्मिल्लाहिर्रहमानिर्रहीम। अस्सलाम वालेकुम नाज़रीन, आप इस वक्त देख रहे हैं लाहौर 24 न्यूज़ की टॉप स्टोरी और मेरा नाम है उबैद ख़ान। नाज़रीन, 14 अगस्त 1947 का दिन बाखूबी पाकिस्तान के बच्चे बड़े बूढ़े हर किसी को याद है। यकीनन याद होना चाहिए क्योंकि वो दिन हमारा आज़ादी का दिन था। उस दिन पाकिस्तान वजूद में आया और पाकिस्तान के वजूद में आने के बाद आज एक बड़ा अरसा गुजर चुका है और यहाँ पर हर साल 14 अगस्त को हम यौम पाकिस्तान 14 अगस्त का दिन बाखूबी जोश और जज्बे से मनाते हैं। मिली नगमे जो हैं घरों में गूंजते हुए दिखाई देते हैं। उसके अलावा जोश और जज्बा इस कदर होता है कि अब तो यकीनन जो रोड्स हैं वहाँ पर फ्लैक्सें और दीगर चीज़ें हमेशा हो रही होती हैं। उसके अलावा तराने गूंज रहे होते हैं। उसके अलावा दीगर अब तो यकीनन हुल्लड़बाजी का सिलसिला भी जो है वो शामिल हो चुका है माज़रत के साथ। मगर जो पाकिस्तान था, इसको हासिल करने के लिए, पाकिस्तान को वजूद में लाने के लिए, पाकिस्तान को बनाने के लिए कितनी माँओं ने अपने बेटे खोए, कितनी माँओं ने अपनी बेटियाँ खोई, कितने लोग उस वक्त शहीद हुए, किस तरह से पाकिस्तान को हम लोगों ने हासिल किया। आज एक छोटी सी दास्तान में लेके आपके सामने पेश हुआ हूँ। और दास्तान क्या है, ये जो अम्मा मेरे साथ बैठी हैं ये खुद बताएंगी। मैं सबसे पहले इनसे पूछूंगा, अम्मा जी ਤੁਹਾਡਾ ਨਾਂ ਕੀ है? बशीरा बीबी। बशीरा बीबी की उम्र अगर मैं बताऊं तो तकरीबन इस वक्त 85 साल से ज़ायद इनकी उम्र है और इन्होंने अपनी आँखों से पाकिस्तान को बनते हुए देखा था। अच्छा, जो पाकिस्तान ਬਣਿਆ ਸੀ 1947 ਉਦੋਂ ਤੁਹਾਡੀ ਉਮਰ ਕਿੰਨੀ ਸੀ? 10 ਸਾਲ। ਉਦੋਂ 10 ਸਾਲ ਸੀ ਉਮਰ। 10 ਸਾਲ, ਹਾਂਜੀ। ਅੱਛਾ, ਪਾਕਿਸਤਾਨ ਜਦੋਂ ਬਣਿਆ ਤੁਸੀਂ ਪਾਕਿਸਤਾਨ ਦੇ ਵਿੱਚ ਕਿਵੇਂ ਆਏ? ਉਦੋਂ ਕਿਹੜੇ ਇੰਡੀਆ ਦੇ ਕਿਹੜੇ ਸ਼ਹਿਰ 'ਚ ਰਹਿਣ ਵਾਲੇ ਸੀ? ਅਸੀਂ ਲੁਧਿਆਣੇ ਰਹਿਣ ਵਾਲੇ ਸੀ। ਅੱਬੂ ਮੇਰਾ ਕੰਮ ਕਰਦਾ ਸੀ ਰੇਲਵੇ 'ਚ। ਜਲੰਧਰ ਦਾ ਇਲਾਕਾ ਲੁਧਿਆਣਾ? ਹਾਂ, ਲੁਧਿਆਣਾ। ਤੇ ਈਦ ਦਾ ਦਿਨ ਸੀ। ਮੇਰੀ ਮਾਂ ਸੇਵੀਆਂ ਪਕਾ ਰਹੀ ਆ ਔਰ ਦੁੱਧ ਕੋਲ ਰੱਖਿਆ ਹੋਇਆ ਹਰ ਚੀਜ਼ ਆ। ਉੱਤੋਂ ਸਿੱਖਾਂ ਨੇ ਹਮਲਾ ਕਰਤਾ। ਅੱਛਾ, ਸਾਨੂੰ ਮੇਰਾ ਭਣੋਈਆ ਲੈ ਕੇ ਨਾ ਨਿਕਲ ਗਿਆ। ਅਸੀਂ ਚਲੇ ਗਏ ਫਲੋਰ ਚਲੇ ਗਏ। ਉੱਥੇ ਜਾ ਕੇ ਇੱਕ ਰਾਤ ਰਹੇ ਆ। ਬੁੱਢਾ ਦਰਿਆ ਬੜਾ ਰੂਸ 'ਤੇ ਸੀਗਾ ਅਤੇ ਬੁੱਢਾ ਦਰਿਆ ਦੇ ਪਾਣੀ ਬਹੁਤ ਜ਼ਿਆਦਾ ਆਇਆ ਸੀ। ਅਸੀਂ 5 ਭੈਣਾਂ ਅਤੇ ਇੱਕ ਭਰਾ। ਉਹ ਕੈਂਪ 'ਚ ਸੀ ਅਤੇ ਅਸੀਂ ਜਦੋਂ ਉੱਥੇ ਗਏ ਆ ਨਾ ਅਤੇ ਰਾਤ ਰਹੇ ਅਤੇ ਸੁਬਾਹ ਹਲੇ ਉੱਠੇ ਹੀ ਆ ਅਤੇ ਭੈਣਾਂ ਮੇਰੀਆਂ, ਮੇਰੀ ਫੁੱਫੀ ਦੀਆਂ ਧੀਆਂ ਸਾਰੀਆਂ ਅਸੀਂ ਲੱਗੀਆਂ ਹੋਈਆਂ ਚੌਲ ਪਕਾਉਣ ਅਤੇ ਕਹਿਣ ਲੱਗੀਆਂ ਤੁਸੀਂ ਦੂਸਰੇ ਮਕਾਨ 'ਚ ਚਲੇ ਜਾਓ। ਅਸੀਂ ਸਾਰੇ ਬੱਚੇ ਉੱਧਰ ਚਲੇ ਗਏ। ਉੱਧਰ ਗਏ ਨਾ, ਇੱਕ ਸਿੱਖ ਬੈਠਾ ਬਨੇਰੇ ਤੇ ਤਲਵਾਰ ਲੈ ਕੇ। ਅਸੀਂ ਅੰਦਰ ਲੁਕੀਏ ਤੇ ਉੱਥੋਂ ਫੌਜੀ ਪੈ ਗਏ। ਪਿਛਲੀ ਸਾਈਡ ਤੋਂ ਹਮਲਾ ਕਰ ਦਿੱਤਾ ਗਿਆ। ਹਾਂਜੀ। ਦਰਵਾਜ਼ੇ ਵੱਲੇ ਸਿੱਖ ਬੈਠਾ ਤੇ ਸਿੱਖ ਤੁਸੀਂ ਆਫ ਰਿਕਾਰਡ ਕੈਮਰਾ ਮੈਨੂੰ ਦੱਸਦੇ ਪਏ ਸੀ ਕਿ ਤੁਹਾਡਾ ਭਰਾ ਬਣਿਆ ਹੋਇਆ ਸੀ। ਉਹ ਮੇਰਾ ਪਿਓ ਦਾ ਕਲਾਸ ਫੈਲੋ ਸੀ, ਭਾਈ ਸੀਗਾ। ਰਾਤ ਨੂੰ ਵੀ ਆਇਆ ਸਾਡੇ ਕੋਲ, ਕਹਿੰਦਾ ਭਾਬੀ ਤੂੰ ਫਿਕਰ ਨਾ ਕਰਨਾ, ਕੋਈ ਤੁਹਾਨੂੰ ਫਿਕਰ ਨਹੀਂ ਕਰਨ ਦੀ ਜ਼ਰੂਰਤ ਹੈਗੀ ਅਤੇ ਇਹਨਾਂ ਦਾ ਤੁਸੀਂ ਆਰਾਮ ਨਾਲ ਰਹੋ। ਉਹੀ ਸਿੱਖ ਨੇ ਹਮਲਾ ਕੀਤਾ ਬਾਅਦ ਜਦੋਂ? ਨਹੀਂ। ਕਿਹਨੇ ਕੀਤਾ? ਸਾਨੂੰ ਬਾਹਰ ਕੱਢਿਆ ਘਰੋਂ ਅਤੇ ਅੰਮੀ ਮੇਰੀ ਆਈ ਅਤੇ ਅਸੀਂ ਇਸ ਤਰ੍ਹਾਂ ਪੈਲੀਆਂ ਦੇ ਵਿੱਚ ਖੜੇ ਕਰ ਲਿਆ, ਲਾਈਨ ਬਣਾ ਲਈ ਸਾਡੀ।
बड़े नहीं सुना। ਯਕੀਨਨ ਜੋ ਇਹ ਆਂਸੂ ਹੈ ਇਨ नहीं हो गए। ਬਾਕੀ ਸਾਰਿਆਂ ਤੇ ਹਮਲਾ, ਬਾਕੀ ਸਾਰਿਆਂ ਦੇ ਤਲਵਾਰਾਂ ਦੇ ਵਾਰ ਜਿਹੜੇ ਕਰ ਦਿੱਤੇ ਗਏ, ਈਵਨ ਕਿ ਤੁਹਾਡੇ ਆਪਣੇ ਤੇ ਵੀ ਤਲਵਾਰ मेरा तो बहुत ज़्यादा, मैं तो बिल्कुल ही ख़त्म हो गई थी। गर्दन सारी कटी हुई सी। हाँ बांह बिल्कुल नहीं उत्ते हुंदी। ते भैन मेरी छोटी मेरी तो 7 साल की सी, ਉਹਨੂੰ कतल करता। ਸ਼ਹੀਦ ਕਰ ਦਿੱਤੇ। हाँ बिल्कुल। ते माँ तो बिल्कुल ही शहीद हो गई थी। गर्दन भी कटी गई, ਕੰਨ ਕੱਟਿਆ ਗਿਆ, ਗਲ ਕੱਟਿਆ ਗਿਆ, ਸਭ ਕੁਝ। ਉਹ ਤਾਂ ਪਾਣੀ ਵੀ ਨਹੀਂ ਪੀ ਸਕਦੀ ਸੀ। ਫਿਰ ਤੁਸੀਂ ਜਦੋਂ ਇੰਨਾ ਜ਼ਿਆਦਾ ਤਸ਼ੱਦਦ, ਇੰਨਾ ਜ਼ਿਆਦਾ ਹਮਲਾਵਰ ਹੋ ਗਏ, ਤੁਹਾਨੂੰ ਜ਼ਖਮੀ ਕਰ ਦੇਖਿਆ, ਅੱਖਾਂ ਨਾਲ ਦੇਖਿਆ। 10 ਸਾਲ ਦੀ ਉਮਰ 'ਚ ਮੈਂ ਅੱਖਾਂ ਨਾਲ ਦੇਖਿਆ ਇਹ ਸਾਰਾ ਕੁਝ। ਲਾਸ਼ਾਂ ਦੇ ਢੇਰ ਲੱਗੇ ਹੋਏ ਨੇ ਲੋਕਾਂ ਦੇ, ਢਿੱਡ 'ਚ ਖੂਨ ਚਸੀ ਪਿਆ ਸੀ। ਬਲਕਿ ਖੁਦ ਵੀ ਤੁਸੀਂ ਜ਼ਖਮੀ ਹੋ ਗਏ ਬਹੁਤ ਜ਼ਿਆਦਾ। ਇੱਕ ਕਿਹਾ ਜਾ ਸਕਦਾ ਹੈ ਕਿ ਦੁਸ਼ਮਣ ਆਪਣੇ ਵੱਲੋਂ ਤੁਹਾਨੂੰ ਖਤਮ ਕਰ ਗਿਆ ਸੀ। ਖਤਮ ਕਰ ਗਿਆ ਸੀ। ਫਿਰ ਆਇਆ ਵਾਪਸ ਉਹੀ ਮੁੰਡਾ ਤੇ ਆਣ ਕੇ ਆ ਤਲਵਾਰ ਮਾਰੀ, ਆ ਮਾਰੀ, ਪਿੱਛੇ ਮਾਰੀ, ਪੇਟ 'ਚ ਮਾਰੀ ਗਈ ਦੀਦੀਆਂ। ਹੈਂ ਅਸੀਂ ਚੁੱਪ ਕਰਕੇ ਪਈਆਂ ਰਹੀਆਂ ਦੋਨੋਂ ਭੈਣਾਂ। ਫੁੱਫੀ ਦਾ ਪੁੱਤਰ ਸੀ, ਉਹਨੂੰ ਕਤਲ ਕਰਤਾ। ਫੁੱਫੀ ਧੀ ਨੂੰ ਚੁੱਕ ਕੇ ਲੈ ਗਿਆ ਸੀ। ਅੱਛਾ, ਕਿੰਨੇ ਜਦੋਂ ਪਾਕਿਸਤਾਨ ਤੁਸੀਂ ਆਏ, ਜ਼ਾਹਿਰ ਹੈ ਤੁਹਾਡੇ ਤੇ ਜਿਸ ਕਦਰ ਹਮਲਾ ਕੀਤਾ ਗਿਆ, ਤੁਸੀਂ ਬੇਹੋਸ਼ ਹੋ ਗਏ ਉਸ ਵੇਲੇ, ਤੇ ਫਿਰ ਤੁਹਾਨੂੰ ਉੱਥੋਂ ਕੌਣ ਇੱਥੇ ਲੈ ਕੇ ਆਇਆ? ਫੌਜੀ, ਫੌਜੀ ਲੈ ਕੇ ਆਇਆ ਤੁਹਾਨੂੰ? ਪਾਕਿਸਤਾਨੀ ਫੌਜੀ। ਉਸ ਤੋਂ ਇਲਾਵਾ ਉਸ ਤੋਂ ਬਾਅਦ ਉਹਨਾਂ ਨੇ ਫਿਰ ਤੁਹਾਨੂੰ ਮੁਸਲਿਮ ਲੀਗ ਦੇ ਜਿਹੜੇ ਉਸ ਵਕਤ ਦੇ ਲੋਕ ਸੀ? ਉੱਥੋਂ ਅਸੀਂ ਆਏ ਨਾ ਆਪਣੇ ਕੈਂਪ 'ਚ, ਉੱਥੇ ਫਲੋਰ, ਤੇ ਉੱਥੋਂ ਆਈ ਕਾਨਵਾਈ ਪੂਰੀ ਫੌਜੀਆਂ ਦੀ। ਉੱਥੋਂ ਜ਼ਖਮੀਆਂ ਨੂੰ ਚੁੱਕ ਕੇ ਲਿਆਣ ਕੇ ਇਹਨਾਂ ਦਾ ਵਾਗੇ ਜਿਹੜੇ ਸਹੀ ਸੀਗੇ ਉਹਨਾਂ ਨੇ ਟੀਕੇ ਟੂਕੇ ਲਾਏ, ਕਿ ਜਿਹੜੇ ਸਾਡੇ ਵਰਗੇ ਵੱਡੇ ਕੱਟੇ ਸੀ ਉਹਨਾਂ ਨੂੰ ਕੁਛ ਨਹੀਂ ਕੀਤਾ। ਉਹਨਾਂ ਨੇ ਫਿਰ ਸਟੇਸ਼ਨ 'ਤੇ ਲਿਆਣ ਕੇ, ਜਿਹੜਾ ਹੈ ਨਹੀਂ ਸਟੇਸ਼ਨ 'ਤੇ ਵੱਡਾ ਸਾਰਾ, ਹਾਜੀ ਕੈਂਪ ਦੇ ਅੰਦਰ, ਹਾਂ ਉੱਥੇ ਲੈ ਗਏ। ਉੱਥੇ ਜਾ ਕੇ ਪਾਤਾ। ਸਵੇਰ ਨੂੰ ਮੁਸਲਿਮ ਲੀਗ ਵਾਲੀਆਂ ਆਈਆਂ, ਮੇਰਾ ਬਹੁਤ ਬੁਰਾ ਹਾਲ ਸੀ। ਖਵਾਤੀਨ ਆਈਆਂ ਉਸ ਵੇਲੇ ਤੱਕ ਤੁਸੀਂ ਜ਼ਖਮੀ ਸੀ, ਖੂਨ ਬਹਿ ਰਿਹਾ ਸੀ, ਜ਼ਖਮ ਜਿਹੜੇ ਸੀ ਉਹ ਤਕਲੀਫ ਦੇ ਰਹੇ ਸੀ? ਬਿਲਕੁਲ। ਤੇ ਇੰਨਾ ਕੁ ਹਾਲ ਬੁਰਾ ਸੀ ਨਾ ਮੇਰਾ। ਤਾਂ ਮੇਰੇ ਅੱਬਾ ਜੀ ਨੂੰ ਕਹਿਣ ਲੱਗੇ ਅਸੀਂ ਲੈ ਜਾਂਦੇ ਹਾਂ, ਅਸੀਂ ਇਲਾਜ ਕਰਾ ਕੇ ਤੁਹਾਨੂੰ ਭੇਜ ਦਾਂਗੇ। ਮੇਰਾ ਅੱਬਾ ਜੀ ਕਹਿੰਦੇ ਤਾਂ ਮਰੀ ਹੋਈ ਅੱਗੇ, ਲੈ ਜਾਓ। ਉਹ ਲੈ ਗਏ, ਵਾਲਟਨ ਲੈ ਕੇ ਆਏ। ਵਾਲਟਨ ਲੈ ਕੇ ਆਏ। ਇੱਥੇ ਮੈਂ 6 ਮਹੀਨੇ ਤੱਕ ਮੈਨੂੰ ਕੋਈ ਹੋਸ਼ ਨਹੀਂ ਆਈ ਕਿ ਮੈਂ ਕਿੱਥੇ ਪਈ ਹਾਂ। ਇੰਨਾ ਕੁ ਟੀਕਾ, ਮੱਛੀ ਦਾ ਤੇਲ ਮੇਰੇ ਅੰਦਰ ਸਿੱਟਿਆ ਉਹਨਾਂ ਨੇ। 6ਵੇਂ ਮਹੀਨੇ ਅਖੀਰ 'ਤੇ ਆਣ ਕੇ ਮੈਂ ਹਾਈ ਕੀਤੀ। ਉਹਨਾਂ ਨੇ ਕਿ ਬਚ ਗਈ ਹੁਣ। ਤੇ ਉਹ ਤਾਂ ਬਕਰਾਈਦ ਆਈ ਆ, ਕਾਇਦੇ ਆਜ਼ਮ ਤੇ ਫਾਤਮਾ ਜਨਾ ਆਏ। ਉਹਨਾਂ ਨੇ ਕਿਹਾ ਬੇਟੇ ਕੀ ਖਾਣਾ? ਮੈਂ ਰੋਣ ਲੱਗ ਪਈ। ਮੈਂ ਕਿਹਾ ਮੇਰਾ ਅੱਬਾ, ਮੇਰੀਆਂ ਭੈਣਾਂ ਜਿਹੜੀਆਂ ਨੇ, ਜਿਹੜੇ ਫੈਮਿਲੀ ਦੇ, ਉਹ ਨਹੀਂ ਮਿਲ ਰਹੀ। ਕਹਿੰਦੇ ਸੀ ਲੱਭਦਾ। ਹਾਂ ਉਹਨਾਂ ਨੇ ਫਿਰ ਨਾਂਦਾ। ये बड़ी मुश्किल ज़ाहिर है, बड़ा मुश्किल होता है कि अपनी दास्तान को किसी के सामने बयान करना और उस वक़्त को याद करना दोबारा, और उस तमाम तर मनाज़र को दोबारा अपनी आँखों के सामने अक्सबंद करना, दोबारा लेके आना, उसका नक्श तैयार करना। यकीनन जो अम्मा जी हैं उनकी तकलीफ़ इस कदर है, और ज़ाहिर है उनकी कायदे आज़म मोहम्मद अली जिन्ना से भी मुलाकात आपकी हुई और फ़ातिमा जिन्ना से भी मुलाकात आपकी हुई। उन्होंने, उनसे फिर आपने अपनी इल्तिजा की कि मुझे मेरी बहनों से मिला दिया जाए, मेरे वालिदैन से मिला दिया जाए। वो खाना दे के गए सानू, बिरयानी